ਕੰਦ ਮੂਲ ਫਲ ਸੋਰਾ ਸਤ ਦੀਏ ਰਾਮ ਖਾਨ। ਪ੍ਰੇਮ ਸਹਿਤ ਪ੍ਰਭ ਖਾਏ ਬਾਰੰਬਾਰ ਬਖਾਨ। ਜਦੋਂ ਧੰਨ ਧੰਨ ਸਾਹਿਬ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨਾਸਕ ਦੇ ਇਲਾਕੇ 'ਚ ਗਏ, ਇੱਧਰ ਮਤੰਗ ਰਿਸ਼ੀ ਜੀ ਦਾ ਆਸ਼ਰਮ ਸੀ। ਮਤੰਗ ਰਿਸ਼ੀ ਜੀ ਨੇ ਕਥਾ 'ਚ ਦੱਸਿਆ ਸੀ ਕਿ ਤ੍ਰੇਤੇ ਯੁੱਗ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਇਸ ਪਾਸੇ ਆਉਣਗੇ, ਪਰ ਮੇਰਾ ਉਦਣ ਸਰੀਰ ਨਹੀਂ ਹੋਵੇਗਾ। ਤੇ ਭੀਲਣੀ ਜਿਹੜੀ ਸੀ ਉਸਨੇ ਕਥਾ ਸੁਣੀ, ਉਹਦੇ ਮਨ 'ਚ ਬੜੀ ਸ਼ਰਧਾ ਬਣ ਗਈ। ਤੇ ਜਦੋਂ ਮਹਾਰਾਜ ਜੀ ਇਸ ਇਲਾਕੇ ਵਿੱਚ ਗਏ ਤੇ ਉਹ ਜਿਹੜੇ ਉੱਥੇ ਦੇ ਬ੍ਰਾਹਮਣ ਸੀ ਉਹ ਭੀਲਣੀ ਨਾਲ ਈਰਖਾ ਕਰਨ ਲੱਗ ਪਏ। ਤੇ ਫਿਰ ਪੰਬਾ ਸਰ ਸਰੋਵਰ ਸੀ, ਉਹਦੇ ਵਿੱਚ ਕਿਰਮ ਪੈ ਗਏ। ਜਦੋਂ ਉਹਨੇ ਮਹਾਰਾਜ ਰਾਮ ਚੰਦਰ ਜੀ ਦਾ ਆਉਣਾ ਸੁਣਿਆ, ਉਹਨੇ ਆਪਣੇ ਜਿਹੜੇ ਸਥਾਨ ਸੀ ਬੜੇ ਸਵਾਰੇ, ਬੜੀਆਂ ਸਜਾਵਟਾਂ ਕੀਤੀਆਂ, ਪਰ ਮਹਾਰਾਜ ਉੱਥੇ ਗਏ ਨਹੀਂ। ਭੀਲਣੀ ਦੀ ਕੁਟੀਆ ਚਲੇ ਗਏ ਤੇ ਉਸਨੇ ਫਿਰ ਬੜੇ ਪ੍ਰੇਮ ਦੇ ਨਾਲ ਮਹਾਰਾਜ ਦੀ ਸੇਵਾ ਕੀਤੀ। ਤੁਲਸੀਦਾਸ ਜੀ ਕਹਿੰਦੇ ਕੰਦ ਮੂਲ ਫਲ ਸੋ ਰਸ ਅਤ ਦੀਏ ਰਾਮ ਕਹੋ ਆਨ। ਪ੍ਰੇਮ ਸਹਿਤ ਪ੍ਰਭ ਖਾਏ ਬਾਰੰਬਾਰ ਬਖਾਨ। ਉਹਨਾਂ ਨੇ ਕਹਿੰਦੇ ਬਹੁਤ ਹੀ ਰਸੀਲੇ ਰਸ ਵਾਲੇ, ਸਵਾਦ ਵਾਲੇ ਕੰਦ ਮੂਲ ਫਲ ਜਿਹੜੇ ਲਿਆ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਦਿੱਤੇ। ਤੇ ਪ੍ਰਭੂ ਨੇ ਫਿਰ ਵਾਰ-ਵਾਰ ਬੜੀ ਵਡਿਆਈ ਕਰਕੇ, ਪ੍ਰਸ਼ੰਸਾ ਕਰਕੇ ਪ੍ਰੇਮ ਦੇ ਨਾਲ ਉਹਨਾਂ ਨੂੰ ਛਕਿਆ ਹੈ। ਪਾਉਨ ਜੋ ਰਾਗੇ ਪਈ ਠਾਡੀ, ਪ੍ਰਭੈ ਬਲੋਕ ਪ੍ਰੀਤ ਅਤ ਵਾਢੀ। ਫਿਰ ਕਹਿੰਦੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਸਤਿਕਾਰ ਵਿੱਚ ਖੜ ਗਈ। ਪ੍ਰਭੂ ਨੂੰ ਦੇਖ ਕੇ ਉਹਦੇ ਮਨ 'ਚ ਬਹੁਤ ਪ੍ਰੇਮ ਵੱਧ ਗਿਆ। ਕਿਹ ਬੇਦੇ ਉਸਤਤ ਕਰੋ ਤੁਹਾਰੀ, ਆਦਮ ਜਾਤ ਮੈਂ ਜੜ ਮਤ ਭਾਰੀ। ਹੇ ਭਗਵਾਨ, ਮੈਂ ਕਿਹੜੀ ਵਿਧੀ ਨਾਲ ਤੁਹਾਡੀ ਉਸਤਤ ਕਰਾਂ? ਮੇਰੀ ਆਦਮ ਨੀਚ ਜਾਤੀ ਹੈ, ਜੜ ਮਤ ਭਾਰੀ। ਮੇਰੀ ਬੁੱਧੀ ਜਿਹੜੀ ਬੜੀ ਜੜ ਹੈ, ਮੂੜ ਹੈ, ਬੇਸਮਝ ਹੈ। ਆਦਮ ਤੇ ਆਦਮ ਆਦਮ ਅਤ ਨਾਰੀ, ਤੇ ਮੈਂ ਮਤ ਮੰਦੇ ਆਧਾਰੀ। ਮੈਂ ਨੀਚ ਤੋਂ ਨੀਚ ਹਾਂ, ਇਸਤਰੀਆਂ ਚੋਂ ਬੜੀ ਨੀਚ ਹਾਂ। ਹੇ ਰਾਮ ਚੰਦਰ ਜੀ, ਤੁਸੀਂ ਪਾਪ ਨਾਸ਼ਨ ਹੋ, ਮੈਂ ਮੰਦ ਬੁੱਧੀ ਵਾਲੇ ਹਾਂ, ਆਪ ਕਿਰਪਾ ਕਰੋ। ਕਹਿ ਰਘੁਪਤ ਸੁਨ ਪਾਮਨ ਬਾਤਾ, ਮਨੋ ਏਕ ਭਗਤ ਕਰ ਨਾਤਾ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਕਹਿਣ ਲੱਗੇ, ਹੇ ਪਾਮਨੇ ਇਸਤਰੀ, ਮੇਰੀ ਬਾਤ ਸੁਣ ਲੈ। ਭਗਵਾਨ ਕਹਿੰਦੇ ਮੈਂ ਤਾਂ ਕੇਵਲ ਇੱਕ ਭਗਤੀ ਦੇ ਸੰਬੰਧ ਨੂੰ ਮੰਨਦਾ ਹਾਂ। ਜਾਤ ਪਾਤ ਕੁਲ ਧਰਮ ਵਡਾਈ, ਧਨ ਬਲ ਪਰਜਨ ਗੁਣ ਚਤੁਰਾਈ। ਜਾਤੀ ਪਾਤੀ ਕੁਲ ਧਰਮ ਵਡਿਆਈ, ਧਨ ਬਲ ਕੁਟੰਬ ਗੁਣ ਚਤੁਰਤਾ। ਕਹਿੰਦੇ ਇਹਨਾਂ ਸਾਰਿਆਂ ਦੇ ਹੋਣੇ ਤੇ ਵੀ ਜਿਹੜਾ ਪੁਰਸ਼ ਪਰਮੇਸ਼ਰ ਦੀ ਭਗਤੀ ਤੋਂ ਰਹਿਤ ਹੈ, ਉਹ ਮਨੁੱਖ ਕੈਸਾ ਲੱਗਦਾ ਹੈ? ਭਗਤਹੀਨ ਨਰ ਸੋ ਹੈ ਕੈਸਾ, ਬਿਨ ਜਲ ਬਾਰ ਦੇਖਿਆ ਜੈਸਾ। ਕਹਿੰਦੇ ਜਿਵੇਂ ਉਹ ਪੁਰਸ਼ ਇਹੋ ਜਿਹਾ ਲੱਗਦਾ ਜਿਵੇਂ ਜਲ ਤੋਂ ਹੀਨ ਬੱਦਲ, ਪਾਣੀ ਤੋਂ ਰਹਿਤ ਜਿਹੜਾ ਬੱਦਲ ਹੈ ਉਹ ਸ਼ੋਭਾ ਤੋਂ ਰਹਿਤ ਦਿਖਾਈ ਦਿੰਦਾ ਹੈ। ਜਿੰਨੇ ਗੁਣ ਗਿਣੇ ਭਾਵੇਂ ਹੁਣ ਵੀ, ਜਿਹੜਾ ਭਗਤੀ ਤੋਂ ਬਿਨਾਂ ਪੁਰਸ਼ ਆ ਉਹ ਇਸ ਤਰ੍ਹਾਂ ਦਾ ਹੈ। ਨਵ ਦਾ ਭਗਤ ਕਹੋ ਤੁਹ ਪਾਹੀ, ਸਾਵਧਾਨ ਸੁਨ ਧਰਮ ਮਨ ਮਾਹੀ। ਭਗਵਾਨ ਕਹਿੰਦੇ ਮੈਂ ਤੈਨੂੰ
ਆਪਣੀ ਨਵਦਾ ਭਗਤੀ ਕਹਿ ਰਿਹਾ ਹਾਂ, ਤੂੰ ਸਾਵਧਾਨ ਹੋ ਕੇ ਸੁਣ ਔਰ ਮਨ ਵਿੱਚ ਧਾਰਨ ਕਰ ਲੈ। ਪ੍ਰਥਮ ਭਗਤ ਸੰਤੈ ਕਰ ਸੰਗਾ, ਦੂਸਰ ਰਤ ਮਮ ਕਥਾ ਪ੍ਰਸੰਗਾ। ਸ਼੍ਰੀ ਰਾਮ ਚੰਦਰ ਜੀ ਮਹਾਰਾਜ ਕਹਿਣ ਲੱਗੇ, ਪਹਿਲੀ ਭਗਤੀ ਸੰਤਾਂ ਦਾ ਸਤਸੰਗ ਕਰਨਾ ਹੈ। ਦੂਸਰੀ ਭਗਤੀ ਮੇਰੇ ਕਥਾ ਦੇ ਪ੍ਰਸੰਗ ਜਿਹੜੇ ਪ੍ਰੇਮ ਨਾਲ ਸੁਣਨੇ ਹਨ। ਦੋਹਰਾ ਗੁਰਪਦ ਪੰਕਜ ਸੇਵਾ, ਤੀਸਰ ਭਗਤ ਅਮਾਨ, ਚੌਥੀ ਭਗਤ ਮਮ ਗੁਣ ਗਾਨ, ਕਰੈ ਕਪਟ ਤਜ ਗਾਨ। ਸ਼੍ਰੀ ਭਗਵਾਨ ਰਾਮਚੰਦਰ ਜੀ ਨੇ ਫਰਮਾਇਆ, ਤੀਸਰੀ ਭਗਤੀ ਹੈ ਅਭਿਮਾਨ ਤੋਂ ਰਹਿਤ ਹੋ ਕੇ ਗੁਰਪਦ ਪੰਕਜ ਸੇਵਾ, ਗੁਰੂ ਦੇ ਚਰਨ ਕਮਲਾਂ ਦੀ ਸੇਵਾ ਕਰਨੀ। ਤੀਸਰ ਭਗਤਾ ਮਾਨ, ਤੀਜੀ ਭਗਤੀ ਹੈ ਜਿਹੜਾ ਮਾਨ ਤੋਂ ਰਹਿਤ ਹੋਣਾ ਹੈ, ਹੰਕਾਰ ਦਾ ਤਿਆਗ ਕਰਨਾ ਹੈ। ਚੌਥੀ ਭਗਤ ਮਮ ਗੁਣ ਗਾਨ, ਕਰੈ ਕਪਟ ਤਜ ਗਾਨ। ਚੌਥੀ ਭਗਤੀ ਇਹ ਹੈ ਕਪਟ ਨੂੰ, ਛਲ ਨੂੰ, ਫਰੇਬ ਨੂੰ ਤਿਆਗ ਕੇ ਮੇਰੇ ਜਿਹੜੇ ਗੁਣ ਆ ਉਹਨਾਂ ਸਾਰੇ ਗੁਣਾਂ ਦਾ ਗਾਇਨ ਕਰਨਾ। ਕਿ ਉਹ ਪ੍ਰਤਪਾਲਕ ਆ, ਦੀਨਾ ਬੰਧੂ ਆ, ਪਤਿਤ ਪਾਵਨ ਹੈ, ਬਖਸ਼ਿੰਦ ਹੈ, ਦਿਆਲੂ ਹੈ, ਕਿਰਪਾਲੂ ਹੈ। ਇਸ ਤਰ੍ਹਾਂ ਗੁਣਾਂ ਦਾ ਗਾਇਨ ਕਰਨਾ। ਮੰਤਰ ਜਪ ਮਮ ਦ੍ਰਿੜ ਵਿਸ਼ਵਾਸਾ, ਪੰਚਮ ਭਜਨ ਸੋ ਵੇਦ ਪ੍ਰਕਾਸ਼ਾ। ਕਹਿੰਦੇ ਮੇਰੇ ਜਿਹੜੇ ਮੰਤਰ, ਪਰਮਾਤਮਾ ਦਾ ਨਾਮ ਮੰਤਰ ਦਾ ਜਾਪ ਕਰਨਾ, ਔਰ ਜਿਹੜਾ ਭਗਵਾਨ ਵਿੱਚ ਦ੍ਰਿੜ ਵਿਸ਼ਵਾਸ ਰੱਖਣਾ। ਪੰਚਮ ਭਜਨ ਸੋ ਵੇਦ ਪ੍ਰਕਾਸ਼ਾ, ਇਹ ਪੰਜਵੀਂ ਭਗਤੀ ਜੋ ਵੇਦਾਂ ਦੇ ਵਿੱਚ ਪ੍ਰਸਿੱਧ ਹੈ, ਵੇਦਾਂ ਵਿੱਚ ਪ੍ਰਕਾਸ਼ ਕੀਤੀ, ਪ੍ਰਗਟ ਕੀਤੀ ਹੈ। ਛੱਡਦਮ ਸੀਲ ਬਿਰਤ ਬਹੁ ਕਰਮਾ, ਨਿਰਤਨ ਨਿਰੰਤਰ ਸੱਜਣ ਧਰਮਾ। ਛਠੀ ਛੇਵੀਂ ਭਗਤੀ ਇਹ ਹੈ ਆਪਣੀਆਂ ਇੰਦਰੀਆਂ ਔਰ ਮਨ ਨੂੰ ਨਿਗ੍ਰਹਿ, ਮਾੜੇ ਪਾਸਿਓਂ ਰੋਕਣਾ। ਸੀਲ ਅੱਛਾ ਸੁਭਾਅ, ਚੰਗਾ ਚਰਿੱਤਰ, ਚੰਗਾ ਚਾਲ ਚਲਣ ਧਾਰਨ ਕਰਨਾ। ਛਠਦਮ ਸੀਲ ਬਿਰਤ ਬਹੁ ਕਰਮਾ, ਬਹੁਤ ਕਾਰਜਾਂ ਹਾਂਜੀ ਜਿਹੜਾ ਹੈ ਵਿਰਾਗ ਧਾਰਨ। ਨਿਰਤ ਨਿਰੰਤਰ ਸੱਜਣ ਧਰਮਾ, ਨਿਰੰਤਰ ਮੈਨੇ ਜਿਹੜੇ ਸੰਤ ਪੁਰਖ ਧਰਮ ਹੈ, ਧਰਮ ਦੇ ਆਚਰਨ ਵਿੱਚ ਲੱਗੇ ਰਹਿਣਾ। ਦੁਨਿਆਵੀ ਧੰਦਿਆਂ ਵੱਲੋਂ ਵਿਰਾਗ ਧਾਰਨਾ ਔਰ ਇੱਕ ਰਸ ਸੰਤ ਪੁਰਸ਼ੋਂ ਦੇ ਧਰਮ, ਜਿਹੜੇ ਨੇਕ ਕਰਮ, ਨੇਕ ਧਰਮ ਆ, ਉਹਦੇ 'ਚ ਲੱਗੇ ਰਹਿਣਾ। ਇਹ ਛੇਵੀਂ ਭਗਤੀ ਕਹੀ ਹੈ। ਸਾਤਵਾਂ ਸਮ ਮੋਹੇ ਮਮ ਜਗ ਦੇਖਾ, ਮੋਤੇ ਸੰਤ ਅਦਕ ਕਰ ਲੇਖਾ। ਭਗਵਾਨ ਸ਼੍ਰੀ ਰਾਮ ਜੀ ਬੋਲੇ, ਸਤਵੀਂ ਭਗਤੀ ਹੈ ਸੰਸਾਰ ਭਰ ਜਗਤ ਭਰ ਕੋ ਕਹਿੰਦੇ ਸੰਭਾਵ, ਮੇਰੇ ਵਿੱਚ ਓਤ ਪ੍ਰੋਤ ਆਰਾਮ ਮੈਂ ਦੇਖਣਾ। ਇਹ ਸਤਵੀਂ ਭਗਤੀ ਹੈ। ਸਾਰੇ ਸੰਸਾਰ ਵਿੱਚ ਸਮਭਾਵ ਹੋਣਾ, ਸਮਦ੍ਰਿਸ਼ਟੀ ਹੋਣੀ। ਜਿੰਨਾ ਸੰਸਾਰ ਆ ਇਹਦੇ 'ਚ ਮੇਰੀ ਜੋਤ ਨੂੰ ਦੇਖਣਾ। ਔਰ ਮੋਤੇ ਸੰਤ ਅਦਕ ਕਰ ਲੇਖਾ, ਅਤੇ ਮੇਰੇ ਤੋਂ ਸੰਤਾਂ ਨੂੰ ਅਦਕ ਕਰਕੇ ਜਾਣਨਾ। ਆਠਵਾਂ ਜਥਾ ਲਾਭ ਸੰਤੋਸ਼ਾ, ਸਪਨੇ ਹੂੰ ਨ ਦੇਖੈ ਪਰ ਦੋਸ਼ਾ। ਭਗਵਾਨ ਸ਼੍ਰੀ ਰਾਮ ਜੀ ਬੋਲੇ, ਅੱਠਵੀਂ ਭਗਤੀ ਹੈ ਜਿਹੜੀ ਵਸਤੂ ਮਿਲ ਜਾਏ ਉਹਦੇ ਸੰਤੋਖ ਧਾਰਨਾ, ਔਰ ਸੁਪਨੇ ਵਿੱਚ ਵੀ ਪਰਾਏ ਦੋਸ਼ਾਂ ਨੂੰ ਨਾ ਦੇਖਣਾ।
ये 8वीं भगति कही गई है। नवम सरल सब सन सल छलहीना मम परोसिए हर्ष न दीना। भगवान श्री राम जी बोले, ये देवी नवी भगति सरलता है और सारियां दे नाल कपट तो रहत बर्ताव करना और हृदय च मेरा भरोसा रखना और किसी भी अवस्था विच हरख और जड़ा द्वैत है, हाँ जी, विषाद दुख ये ना होना। हरख सोग विच एक सम अवस्था रखनी, किसी नाल द्वेष नहीं करनी है। मम परोसिए हर्ष न दीना, मेरे ते भरोसा रखना, किसी अवस्था खुशी गमी च ना होना, एक रस रहना। नामो एक है जिन कह होई, नार पुरख सचराचर कोई। भगवान बोले, नौवीं कहते जिन के एक भी होती है, वह स्त्री पुरुष जड़ चेतन कोई भी होवे। ये नौवां चों एक भी भगति कहते आ जाए, चाहे स्त्री है पुरुष है जड़ चेतन कोई भी है, सोए अतसै फिरे पामन मोरे, सकल प्रकार भगत दृढ़ तोरे। ये देवी मुझे ऐसा प्रेमी अत्यंत बहुत प्यारा है, फिर तुझ में तो सभी प्रकार की भक्ति दृढ़ है। तेरे ते 9 प्रकार की भक्ति पूरी है। अतएव जड़ी गति योगियों को भी दुर्लभ है, वह आज तेरे लिए सुलभ हो गई, सौखी बन गई है। मम दर्शन फल परम अनूपा, जीव पावन निज सहज स्वरूपा। तेरे मेरे दर्शन का बड़ा सुंदर फल है, जीव अपने सहज स्वरूप को प्राप्त हो जाता है। जनक सुता कह सुधा भामनी जन को, कारबार गामनी। ये पामनी, अब यदि तुम गाज गामनी जानकी की कुछ खबर जानती हैं तो बता। पंपा सरह जाहो रघुराई, तैन हुए सगरीब मताई। सो सब कह देवे रघुवीरा, जान तुम पूछो मत धीरा। फिर शबरी बीलनी ने कहा, हे रघुनाथ, पंपा सर नाम ने सरोवर पर जाइए, बाहां आप जी दी सगरीब दे नाल मिताई मैंने मित्रता होएगी। सो सब कह देव रघुवीरा, जान तू पूछो मत धीरा। ये रघुवीर वह सब हाल तुहानू बता देगा। ये धीरज वाली बुद्धि वाले आप सब जानते हुए मुझसे पूछते हैं। बार बार पद चरण आई, प्रेम सहते अब कथा सुनाई। बार बार श्री राम जी के चरणों में सिर नवा के प्रेम सहित उसने सारी कथा सुनाई। क्या कथा सकल बलोकार, मुख हृदय पद पंकज तरे। तज योग पावक दे हर पद, लीन पई जैन फिरे। नर बिगद कर्म धर्म भो मत, शोक प्रद सब त्यागो। विश्वास कर के दास, तुलसी राम पद अनुरागु। सारी कथा कहकर भगवान के मुखारविंद के दर्शन करके हृदय में उनके चरण कमलों को धारण कर लिया और योग अग्नि से देह को त्याग कर जलाकर वह उस दुर्लभ हरि पद में लीन हो गई, जहाँ मुड़ के वापस नहीं होता है। तुलसीदास जी कहते हैं,
कि अनेकों प्रकार के कर्म अधर्म बहुत सारे मत से सब शोकप्रद हैं, शोक सहित हैं। ये मनुष्यों, इनका त्याग कर दो और विश्वास करके श्री भगवान के चरणों का प्रेम करो। जातिहीन अद जन्म है मुक्त कीन असनार, महामंद मन सुख जैस ऐसे प्रभु विसार। कह नीची जाति और पापों की जन्मभूमि सी ऐसी स्त्री को भी जिन्होंने मुक्त कर दिया है। अरे महा दुर्बुद्धि, पैड़ी बुद्धि वाले मन, तुम ऐसे प्रभु को भूल कर सुख चाहता है। तेन सदा वास्ते उन्होंने याद रखना चाहिए है। सो इस वास्ते प्रभु की भगती जिहड़ी है वो महान है। चले राम त्यागा बन सो, अतुलत बल करके हर दो। बिरी एव प्रभु कर्तव्य साधा, कहत कथा अनेक संवादा। श्री रामचंद्र जी महाराज ने उस मन को छोड़ दिया और वे आगे चले। दोनों भाई अतुलनीय, ना तोले जाने वाले बलवान, मनुष्यों विच शेर के समान है। बिरही एव प्रभु कर्तव्य साधा, कहत कथा अनेक संवादा। प्रभु बिरही की तरह विषाद करते हुए विछोड़े विच और अनेकों कथा उन्होंने संवाद कहते हैं। लक्षण देख विपुन कह शोभा, कई शोभा देखत के कर मन न शोभा। नार सत सौ खग मृग बिंदा, मनो मूर करते हैं निंदा। हे लक्ष्मण, जरा मन की शोभा ਨੂੰ देखो, इसे देख करके इसका मन क्षुब्ध नहीं होता है, दुखी नहीं होता। पक्षी और पशुओं के समूह सभी स्त्री सहित हैं, मानो वे मेरी निंदा कर रहे हैं। हमें देख मृग निकर पर आई, मृगी कह तुम कह बहनाही। तुम आनंद करो मृग जाए, कंचन मृग भोजन ए आए। हमें देख कर अब डर के मारे हिरणों के झुंड जड़े दौड़ने लगते हैं। हिरनियाँ उनसे कहती हैं, तुमको भय नहीं, तुम तो साधारण हिरणों से पैदा हो, तुम आनंद करो। ये तो सोने का हिरण खोजने आए हैं। इस तरह फिर वो जड़े ऋषि सी ब्राह्मण महाराज को आए कि साड़ी कुटिया में चरण पाओ, नाले पंपा सर जड़ा सरोवर किरम पै गए हैं। मारे कहन लगे भी साढ़े चरण धो के पाओ, फिर भी वो जल साफ ना होया। फिर तुसीं चरण धो के पाओ, फिर भीलनी दे चरण धो के पाओ। वो कहे मारे मैं तो गरीब नीच हाँ, भी मैं आपे ही चरण पा देने। जो भीलनी ने चरण पाए, वो जल फिर सवा शौर पवित्र हो गया सी। अपने भगत नूं वडियाई बख्शी है। सो इस वास्ते भगती जिहड़ी है ये सारे साधना तो मुख है। जिहड़ा ज्ञानवान या ज्ञानी है वो अपनी चितराई नाल मिलना चाहता। भगत जिहड़ा है वो अपना आप गुरु नूं समर्पित कर दिंदा है। इस कर जिमें माता दी गोदी का बच्चा, ਉਹਦਾ ਖਾਣ ਪੀਣ ਪਹਿਨਣਾ ਸਾਰੀ ਕਿਰਿਆ ਮਾਂ ਦੇ ਅਧੀਨ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਭਗਤ ਆ ਉਹ ਫਿਰ ਸਾਰਾ ਕੁਛ ਪ੍ਰਭੂ ਨੂੰ ਸਮਰਪਿਤ ਕਰ ਦਿੰਦਾ ਹੈ ਅਤੇ ਫਿਰ ਪ੍ਰਭੂ ਦੀ ਕਿਰਪਾ ਦੇ ਨਾਲ ਉਹਨੂੰ
ਸਾਰੀ ਤਰ੍ਹਾਂ ਦੇ ਸੁੱਖ ਜਿਹੜੇ ਹਨ ਕੁਦਰਤੀ ਤੌਰ 'ਤੇ ਪ੍ਰਾਪਤ ਹੋ ਜਾਂਦੇ ਹਨ। ਸੋ ਇਸ ਵਾਸਤੇ ਜਿਹੜੀ ਇਹ 9 ਪ੍ਰਕਾਰ ਦੀ ਭਗਤੀ ਹੈ ਉਹ ਕਹੀ ਹੈ। ਇਸ ਵਾਸਤੇ ਕਿਉਂਕਿ ਜਿਹੜੀ ਪ੍ਰੇਮਾ ਭਗਤੀ ਉਹ ਸਾਰਿਆਂ ਨੂੰ ਸ੍ਰੇਸ਼ਟ ਕਹੀ ਹੈ। ਸੋ ਮਹਾਂਪੁਰਖ ਆਪਣੀ ਮੌਜ ਵਿੱਚ ਆ ਕੇ ਐਸਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੇ ਲਛਮਣ ਜੀ ਨੇ ਜਿਵੇਂ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਉਹ ਸਮਝਾਏ ਕਹੋ ਸੋਈ ਦੇਵਾ, ਸਭ ਤਜ ਕਰੋ ਚਰਨ ਰਜ ਸੇਵਾ। हे देव, मुझे ऐसा समझा के वो गल कही है जिस तू सारा कुछ छोड़ के मैं आप जी दे चरणों की सेवा करूं। कहो ज्ञान वैराग अर माया, कहो सो भगत करो जे दाया। ज्ञान वैराग माया का वर्णन करके दसीए ਅਤੇ उस भगती को कहिए जिसके कारण आप दया करते हैं। दोहरा ईश्वर जी भेद प्रभ सकल को समझाए, जानते हुए चरण रत शोक मोह भ्रम जाए। हे प्रभु, ईश्वर और जीव का भेद भी सारा समझा के कहना करिए, जिस तो आप दे चरण कमलों नाल मेरी प्रीति होवे और शोक मोह परम नष्ट हो जान। थोरे में सब कहूँ बुझाई, सुनो तात मत मन चित लाई। श्री राम जी बोले, ये प्यारे, मैं थोड़े विच तैनूं समझा के कहंदा हाँ, तुम मन चित बुद्धि ला के सुनो। मैं हर मोर तोर तै माया, जे बस कीने जीवन खाया। मैं और मेरा, तू और तेरा, यही माया है जिसने सारे जीवों को बस में कर रखा है। गोगोचर जै लग मन जाई, सो सब माया जानू भाई। इंद्रियों के विषयों को जहाँ तक मन जाता है, ये भाई उस सब को माया जान लेना। तेह कर भेद सुनो तुम सो, विद्या और अविद्या दो। उदे भी एक विद्या और दूसरी विद्या, ये दोनों भेदां नूं तुम सुनना करो। एक दुष्ट अतिशय दुख रूपा, जाम बस जीव परा पग कूपा। एक विद्या दुष्ट दोष दे सहित है, बहुत दुख रूप है, जिहदे बस हो के जीव संसार रूपी खूह विच पिया होया है। एक रचै जंग जग गुण बस जाके, प्रभु प्रेरित ने निज बल ताके। भगवान श्री राम जी बोले, हे लक्ष्मण, और एक विद्या जिहदे बस में गुण है और संसार की रचना कर दी है, वह प्रभु से प्रेरित होंदी है और उस विच अपना बल कुछ भी नहीं है। ज्ञान मान जै एको नाही, देख ब्रह्म समान सब माही। ज्ञान ये है जहाँ जिसमें मान एक भी दोष नहीं और जो सारियां विच समान रूप से ब्रह्म को देखता है। कह तात सो परम बरागी, तृण सम सिद्ध तीन गुण त्यागी। ये प्यारे, कहते उसनूं परम बरागमन कहना चाहिए है, जो सारियां सिद्धियां
और तिन्ना गुणा नूं तिनके के समान त्याग चुका है। कहते जिस विच मान, दंभ, हिंसा और क्षमा रहत टेढ़ापन, आचार्य सेवा का भाव, गुरु की सेवा तो रहत, अपवित्रता, अस्थिरता, मन स्थिर न होना, मन का निगृहित न होना, मन को काबू न करना, इंद्रियां के पेशियां विच असक्ति पकड़ होना, हंकार, जन्म, मौत, जरा बुढ़ापा, बीमारियां सहित जगत विच सुख बुद्धि, स्त्री पुत्र घर आदि विच पकड़, ममता, इष्ट अनिष्ट, हाँ जी, प्यारा दो प्यारा, प्राप्ति हर्ष शोक, भगति का भाव होना, ना होनी भगति, एकांत च मन ना लगना, विषयी मनुष्यों के संग विच प्यार करना, ये 18 ना होन, और नित अध्यात्म आत्मा विच मन टिकया होवे। तत्व ज्ञान के अर्थ तत्व ज्ञान द्वारा जानने जोग परमात्मा दा नित दर्शन होवे, वही ज्ञान कहलाता है, उसनूं ज्ञान कहते हैं। दोहरा माया ईशन आप को जान कह सो जीव, बंध मोक्ष प्राद सर्व और माया प्रेरक सीव। जो माया ईश्वर और अपने स्वरूप को नहीं जानना उसे जीव कहते हैं। जड़ा कर्म सरबंधन और मोक्ष देने वाला, सब तो परे और माया का प्रेरक उसनूं ईश्वर कहते हैं। धर्म ते वैरत योग ते ध्याना ज्ञाना, ज्ञान मोक्ष प्रद भेद वखाना। धर्म का आचरण करने नाल विराग पैदा होता है, धर्म धारण योग तो ज्ञान होता है, अथवा ज्ञान मोक्ष देने वाला है, ऐसा वेदां विच कहा गया है। जां ते बेग द्रबों में पाई, सो मम भगत भगत सुखदाई। इस वास्ते भाई जिहदे ते मैं छेती प्रसन्न हुंदा हां, मैं मेरी भगती है जो भगतों को सुख देने वाली है। सो स्वतंत्र अवलंबन आना, तेह अधीन ज्ञान बग्याना। जिहड़ी भगती है वह स्वतंत्र है, उसनूं ज्ञान विज्ञान आदि किसी दूसरे साधन का सहारा लैण की लोड़ नहीं है। ज्ञान और विज्ञान तो उसके अधीन हैं भगती दे। इस वास्ते हे तात हे प्यारे, भगती बड़ी सुंदर सुख दी मूल है, और वह तभी भगती उदों मिलती है जदों संत अनुकूल इहदे प्रसन्न हो जाते हैं। भगत तात अनुपम सुख मूला, मिले जो संत होए अनुकूला। भगती सुखां दा मूल बड़ी सुंदर उदों भगती मिलती है जदों शांति दे ते प्रसन्न हुंदे हन। भगत के साधन कहो बखानी, सुगम पंथ मोए पावै प्राणी। प्रथमे विपर चरना अत प्रीति, निज निज कर्म निरत श्रुति रीति। भगवान बोले जदों मैं भगती दे साधन विस्तार नाल कहंदा हां, ये सौखा मार्ग है जिस तो जीव मैनू सहज ही पा जाते हैं। पहले तो विद्वानां दे चरणां नाल अत्यंत प्रीति हो। संत महात्मा वेद की रीति के मुताबिक अपने अपने वर्ण आश्रम के कर्म विच लगा रहे। ब्रह्मचारी का कर्म, गृहस्थी का, वानप्रस्थी का, सन्यासी का, ये 4 आश्रम कह कर फल पुन विषय वरागा, तम मम धर्म उपजा अनरागा। इहदा फल फिर विषयों ते विराग हो जाएगा। विराग होने नाल मेरे धर्म परमात्मा के धर्म विच प्रेम पैदा होएगा।
ਸ਼ਰਵਨਾਦਕ ਨ ਭਗਤ ਦ੍ਰਿੜਾਹੀ, ਮਮ ਲੀਲਾ ਰਤ ਆਤਮਨ ਮਾਹੀ। ਇਹ ਕਥਾ ਸੁਣਨੀ 9 ਪ੍ਰਕਾਰ ਦੀ ਭਗਤੀ ਦ੍ਰਿੜ ਹੋਏਗੀ। ਹੁਣ ਮਨ ਵਿੱਚ ਮੇਰੀ ਜਿਹੜੀ ਲੀਲਾ ਉਹਦੇ ਨਾਲ ਬਹੁਤ ਪਿਆਰ ਹੋਵੇਗਾ। ਸੰਤ ਚਰਨ ਪੰਕਜ ਅਤ ਪ੍ਰੇਮਾ, ਮਨ ਬਹੁ ਕਰਮ ਬਚਨ ਭਜਨ ਦ੍ਰਿੜ ਨੇਮਾ। ਜਿਹਦਾ ਸੰਤਾਂ ਦੇ ਚਰਨਾਂ ਨਾਲ ਬਹੁਤ ਪ੍ਰੇਮ ਹੋਏਗਾ, ਮਨ ਬਾਣੀ ਔਰ ਸਰੀਰ ਕਰਕੇ ਭਜਨ ਦਾ ਦ੍ਰਿੜ ਨਿਯਮ ਹੋਏਗਾ। ਗੁਰਪ੍ਰੀਤ ਮਾਤ ਬੰਦ ਪਤੀ ਦੇਵਾ, ਸੰਮੋਹਿ ਕਹਿ ਜਾਣੈ ਦ੍ਰਿੜ ਸੇਵਾ। ਫਿਰ ਕਹਿੰਦੇ ਮੈਨੂੰ ਗੁਰੂ ਪਿਤਾ ਮਾਤਾ ਭਰਾ ਪਤੀ ਔਰ ਦੇਵਤਾ ਸਭ ਕੁਝ ਜਾਣੇ ਔਰ ਸੇਵਾ ਦੇ ਵਿੱਚ ਦ੍ਰਿੜ ਪੱਕਾ ਹੋਵੇ। ਮਮ ਗੁਣ ਗਾਵਤ ਪੁਲਕ ਸ਼ਰੀਰਾ, ਗਦ ਗਦ ਗਿਰਾ ਨੈਣ ਬੈ ਨੀਰਾ। ਮੇਰੇ ਗੁਣ ਗਾਉਣ ਦੇ ਸਮੇਂ ਜਿਹਦੇ ਸਰੀਰ ਦੇ ਰੋਮ ਖੜੇ ਹੋ ਜਾਣ, ਬਾਣੀ ਗਦ ਗਦ ਹੋ ਜਾਏ, ਪਿਆਰ ਨਾਲ ਭਰ ਜਾਏ, ਨੇਤਰਾਂ ਵਿੱਚ ਪਿਆਰ ਦੇ ਅਥਰੂ ਆ ਕੇ ਜਲ ਬਗਣੇ ਲੱਗ ਜਾਵੇ। ਕਾਮ ਆਦ ਮਦ ਦੰਭ ਨ ਜਾਂਕੇ, ਤਾਤ ਨਿਰੰਤਰ ਬਸ ਮੈਂ ਤਾਂਕੇ। ਫਿਰ ਕਾਮ ਮਦ ਦੰਭ ਜਿਹਦੇ ਵਿੱਚ ਨਾ ਹੋਣ, ਇਹ ਭਾਈ ਮੈਂ ਸਦਾ ਉਸਕੇ ਬਸ ਵਿੱਚ ਰਹਿੰਦਾ ਹਾਂ। ਦੋਹਰਾ ਬਚਨ ਕਰਮ ਮਨ ਮੋਰ ਗਤ, ਭਜਨ ਕਰੈ ਨਿਹ ਕਾਮ। ਤਿਨਕੇ ਹਿਰਦੇ ਕਮਲ ਹੂੰ, ਕਰੋ ਸਦਾ ਵਿਸ਼ਰਾਮ। ਸ਼੍ਰੀ ਰਾਮ ਜੀ ਬੋਲੇ, ਕਹਿੰਦੇ ਜਿਸ ਕੋ ਕਰਮ ਬਚਨ और मन मेरी गति भाव की, वो निष्काम भाव से मेरा भजन करते हैं। तिनके हिरदे कमल मोह, करो सदा विश्राम। कहते ਜਿਹੜੇ ਨਿਸ਼ਕਾਮ ਹਨ, ਉਹਨਾਂ ਦੇ ਹਿਰਦੇ ਰੂਪੀ ਕਮਲ ਵਿੱਚ ਮੈਂ ਸਦਾ ਵਿਸ਼ਰਾਮ ਕਰਦਾ ਹਾਂ। ਭਗਤ ਜੋਗ ਸੁਨ ਅਤ ਸੁਖ ਪਾਵਾ, ਲਛਮਨ ਪ੍ਰਭ ਚਰਨੈ ਸਿਰ ਨਾਵਾ। ਇਸ ਪ੍ਰਕਾਰ ਭਗਤੀ ਯੋਗ ਦਾ ਉਪਦੇਸ਼ ਸੁਣ ਕਰ ਸ਼੍ਰੀ ਲਛਮਨ ਜੀ ਨੇ ਮਹਾਰਾਜ ਸ਼੍ਰੀ ਰਾਮਚੰਦਰ ਜੀ ਦੇ ਬਚਨਾਂ ਤੋਂ ਬਹੁਤ ਸੁਖ ਪਾਇਆ और उन्होंने प्रभु श्री रामचंद्र जी के चरणों के विच सिर निभाया। ये बिद गए कुछ दिन बीती, कहत बराग ज्ञान गुण नीति। इस प्रकार बराग ज्ञान गुण नीति के वचन कहंदियां होया कुछ दिन बीत गए। ये श्री रामचंद्र जी ने श्री लक्ष्मण जी नूं उपदेश दिता है। ਉਹਦੇ ਵਿੱਚ ਜਿਹੜੀ ਭਗਤੀ ਹੈ, ਇਸ ਨੂੰ ਪਰਮਾਤਮਾ ਦੇ ਨੇੜੇ ਹੋਣ ਦਾ ਮੂਲ ਸਾਧਨ ਦੱਸਿਆ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਫਿਰ ਉਹਨਾਂ ਦੇ ਚਰਨਾਂ ਦੀ ਜੋ ਪ੍ਰੀਤੀ ਹੈ ਉਹ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਉਹਦੇ ਵਾਸਤੇ ਅਰਦਾਸ ਕਰਨੀ ਤੇ ਉਹਦੇ ਚਰਨਾਂ ਨਾਲ ਪਿਆਰ ਕਰਨਾ, ਇਹ ਬਹੁਤ ਵੱਡੀਆਂ ਗੱਲਾਂ ਹੈਗੀਆਂ। ਜਿਹਦੇ ਤੇ ਮਹਾਰਾਜ ਕਿਰਪਾ ਕਰਦੇ ਹਨ, ਉਹਨਾਂ ਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ ਦਿੰਦੇ ਹਨ। ਸੋ ਗੁਰੂ ਸਾਹਿਬ ਨੇ ਆਪਣੇ ਪਿਆਰਿਆਂ ਦੇ ਉੱਤੇ ਕਿਰਪਾ ਕੀਤੀ ਹੈ ਕਿ ਕਿਤਨਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲੰ ਰੋਗ ਖੰਡਣ ਹੈ। ਸਾਧ ਸੰਗੇਣ ਗੁਣ ਰਮਤ, ਨਾਨਕ ਸਰਨ ਪੂਰਨ ਪਰਮੇਸ਼ਰ ਹੈ। ਸਗਲਿਆਂ ਦਾ ਮਤਲਬ ਸਾਰੇ ਖੰਡਣੇ ਨਾਸ ਕਰਦੇ। ਕਹਿੰਦੇ ਉਸ ਪਰ ਮਹਾਰਾਜ ਕਿਰਪਾ ਕਰਦੇ ਹਨ। ਗੋਬਿੰਦ ਗੋਪਾਲ ਪਰਮੇਸ਼ਰ ਉਹਨਾਂ ਦੇ ਸਾਰੇ ਰੋਗ ਦੂਰ ਕਰ ਦਿੰਦੇ ਹਨ। ਜੋ ਸਾਧਾਂ ਦੇ ਸੰਗ ਕਰਕੇ ਪੂਰਨ ਪਰਮੇਸ਼ਰ ਦੇ
ਗੁਣਾਂ ਨੂੰ ਚੇਤੇ ਕਰਦੇ ਹਨ ਔਰ ਪਰਮਾਤਮਾ ਦੀ ਸ਼ਰਨ ਲੈਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਐਸਾ ਕਿਹਾ ਹੈ। ਜਿਨ੍ਹਾਂ ਨੂੰ ਅਕਾਲ ਪੁਰਖ ਕਿਰਪਾ ਪ੍ਰਾਪਤ ਹੋ ਜਾਏ ਉਹਦੇ ਨਿਮਿਤ ਦੱਸਦੇ ਹਨ ਕਿ ਕਿਸ ਪ੍ਰਕਾਰ ਕਿਰਪਾ ਹੋ ਸਕਦੀ ਹੈ। ਜੀਵ ਜਨਤਾ ਦੀ ਸੰਗਤ ਕਰਕੇ ਪਰਮੇਸ਼ਰ ਦਾ ਭਜਨ ਕਰੇ, ਹਉਮੈ ਤਿਆਗ ਕੇ ਮਹਾਰਾਜ ਦੀ ਸ਼ਰਨ ਪਕੜੇ, ਉਹਦੇ ਦੀ ਕਿਰਪਾ ਹੁੰਦੀ ਹੈ। ਸਾਰੇ ਜੀਵ ਜਨਤਾ ਨੂੰ ਉਹਦਾ ਰੂਪ ਦੇਖੇ, ਕਿਸੇ ਦਾ ਬੁਰਾ ਨਾ ਸੋਚੇ, ਸਭ ਦਾ ਭਲਾ ਸੋਚੇ। ਇਸ ਪਾਪ ਤੋਂ ਛੁੱਟ ਹੋਰ ਸਾਰੇ ਪਾਪ ਵਿਅਰਥ ਹੈ, ਕਿਉਂਕਿ ਹੋਰ ਜੋ ਕੀਤਾ ਜਾਂਦਾ ਉਹ 'ਚ ਹਉਮੈ ਬਣੀ ਰਹਿੰਦੀ ਹੈ। ਇਸ ਵਿਧੀ ਨਾਲ ਚੱਲਣੇ ਨਾ ਹਉਮੈ ਦੀ ਫਾਹੀ ਕੱਟੀ ਜਾਂਦੀ ਹੈ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾਲ ਵਸੈ ਇਕੱਠਾਏ। ਹਉਮੈ ਤੇ ਨਾਮ ਦਾ ਵਿਰੋਧ ਹੈ, ਦੋਨੋਂ ਇੱਕ ਜਗ੍ਹਾ ਨਹੀਂ ਰਹਿੰਦੇ ਹਨ। ਇਹ ਗੁਰੂ ਦੇ ਵਚਨ ਪ੍ਰਸਿੱਧ ਹੈ। ਇਸ ਵਾਸਤੇ ਸਤਸੰਗਤ ਕਰੋ, ਭਜਨ ਕਰੋ, ਪਰਮੇਸ਼ਰ ਦੀ ਸ਼ਰਨ ਫੜੋ, ਹੋਰ ਪਾਸੇ ਫਸ ਕੇ ਔਖੇ ਨਾ ਹੋਵੋ। ਜੋ ਗੁਰੂ ਮਹਾਰਾਜ ਦੇ ਬਚਨ ਆ ਉਹਨੂੰ ਗ੍ਰਹਿਣ ਕਰਨ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਕਿਉਂਕਿ ਤਿਲਕਹੀਣੰ ਯਥਾ ਵਿਪਰਾ ਅਮਰਹੀਣੰ ਯਥਾ ਰਾਜਨ ਆਗਦਹੀਣੰ ਯਥਾ ਸੂਰਾ ਨਾਨਕ ਧਰਮਹੀਣੰ ਤਥਾ ਵੈਸ਼ਨਵ ਹੈ। ਵਿਪਰਾ ਦਾ ਮਤਲਬ ਬ੍ਰਾਹਮਣ, ਅਮਰ ਨਾਮ ਹੁਕਮ ਦਾ, ਆਬਦ ਨਾਮ ਹਥਿਆਰ ਦਾ, ਵੈਸ਼ਨਵ ਪਰਮੇਸ਼ਰ ਦਾ ਉਪਾਸਕ। ਕਹਿੰਦੇ ਜਿਸ ਤਰ੍ਹਾਂ ਟਿੱਕੇ ਤੋਂ ਬਿਨਾਂ ਬ੍ਰਾਹਮਣ, ਹੁਕਮ ਤੋਂ ਬਿਨਾਂ ਰਾਜਾ, ਸ਼ਾਸਤਰ ਤੋਂ ਬਿਨਾਂ ਸੂਰਮਾ, ਇਸ ਤਰ੍ਹਾਂ ਧਰਮ ਤੋਂ ਬਿਨਾਂ ਵੈਸ਼ਨਵ ਹਾਂਜੀ ਉਹ ਨਿਕੰਮਾ ਹੈ। ਗੁਰੂ ਸਾਹਿਬ ਜੀ ਦੱਸਦੇ ਹਨ ਗੁਣੀਆਂ ਦੀ ਖਾਸ ਗੁਣਾਂ ਦੇ ਅਭਾਵ ਹੋਣ 'ਤੇ ਨਿਸਫਲਤਾ ਸਿੱਧ ਕਰਦੇ ਹਨ। ਬ੍ਰਾਹਮਣ ਦੀ ਕਦਰ ਟਿੱਕੇ ਕਰਕੇ ਹੁੰਦੀ ਹੈ। ਟਿੱਕੇ ਬਿਨਾਂ ਕਿਸ ਨੂੰ ਕੀ ਪਤਾ ਹੈ ਬ੍ਰਾਹਮਣ ਹੈ ਕਿ ਚਮਿਆਰ ਹੈ। ਜਿਸ ਰਾਜੇ ਦਾ ਕੋਈ ਹੁਕਮ ਨਾ ਮੰਨੇ ਉਹ ਰਾਜਾ ਕਿਸ ਤਰ੍ਹਾਂ ਦਾ ਹੈ। ਰਾਜਾ ਉਦੋਂ ਤੱਕ ਹੈ ਜਦ ਤੱਕ ਉਹਦਾ ਹੁਕਮ ਮੰਨਿਆ ਜਾਏ। ਸੂਰਮਾ ਸ਼ਾਸਤਰ ਤੋਂ ਬਿਨਾਂ ਕੁਝ ਵੀ ਨਹੀਂ, ਸ਼ਾਸਤਰਹੀਣ ਕੀ ਕਰ ਸਕਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਸਾਧੂ ਧਰਮ ਸੰਯੁਕਤ ਹੋਣਾ ਚਾਹੀਏ ਧਰਮ ਦੇ ਸਹਿਤ। ਜਿਹੜਾ ਧਰਮ ਤੋਂ ਹੀਣਾ ਹੈ ਉਹ ਸਾਧੂ ਨਹੀਂ। ਵੈਸ਼ਨਵ ਦਾ ਮਤਲਬ ਕੰਠੀ ਵਾਲੇ ਨਹੀਂ। ਵੈਸ਼ਨਵ ਦੇ ਲੱਛਣ ਇਹ ਹੈ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬੇਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹਕਰਮ, ਤਿਸ ਵੈਸਨੋ ਕਾ ਨਿਰਮਲ ਧਰਮ। ਧਰਮ ਤੋਂ ਹੀ ਜਿਹੜਾ ਵੈਸ਼ਨੂ ਸਦਾਉਂਦਾ ਉਹ ਨਿਸ਼ਫਲ ਹੈ। ਕਬੀਰ ਵੈਸ਼ਨੂ ਹੋਊਗਾ ਤਾਂ ਕਿਆ ਪਾਇਆ, ਮਾਲਾ ਮੇਲੀ ਚਾਰ, ਬਾਹਰ ਕੰਚਨ ਬਾਰਾ ਭੀਤਰ ਭਰੀ ਅੰਗਾਰ। ਬਾਹਰ ਦਾ ਸੋਨਾ ਤੇ ਅੰਦਰ ਸੁਆਹ ਭਰੀ ਹੋਵੇ ਕਿਆ ਹੈ। ਇਸ ਵਾਸਤੇ ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ, ਅਸਚਰਜ ਰੂਪੰ ਰਹੰਤ ਜਨਮੰ, ਨੇਤ ਨੇਤ ਕਹੰਤ ਬੇਦਾ, ਊਚ ਮੂਚ ਅਪਾਰ ਗੋਬਿੰਦ ਹੈ, ਬਸੰਤ ਸਾਧਰੇ ਦਿੰਗ ਅਚੁੱਤ ਬਜੰਤ ਨਾਨਕ ਵਿਡਭਾਗੀਆ ਹੈ। ਨੇਤ ਨਾ ਇਤਨਾ ਅਪਾਰ ਪਾਰਾਵਤਨ ਅਚੁੱਤ ਨਾ ਡਿਗਣੇ ਵਾਲਾ ਦ੍ਰਿੜ ਪਰਪੱਕ। ਨਾ ਸੰਖ ਹੈ ਨਾ ਚੱਕਰ ਹੈ ਨਾ ਗਦਾ ਹੈ ਨਾ ਕਾਲ ਰੂਪ ਹੈ, ਪਰੰਤੂ ਅਸਚਰਜ ਰੂਪ ਹੈ ਔਰ ਜਨਮ ਮਰਨ ਤੋਂ ਰਹਿਤ ਹੈ। ਨਹੀਂ ਹੈ ਇਹ ਨਹੀਂ ਹੈ, ਇਹ ਵੇਦ ਵੀ ਕਹਿੰਦੇ ਹਨ। ਉੱਚਿਆਂ ਤੋਂ ਉੱਚਾ ਪਾਰ ਤੋਂ ਰਹਿਤ ਬੇਅੰਤ ਪਰਮੇਸ਼ਰ ਸਾਧੂਆਂ ਦੇ ਹਿਰਦੇ 'ਚ ਬੰਦਗੀ ਵਾਲਿਆਂ ਦੇ ਦ੍ਰਿੜ ਵਸਦਾ ਨਿਵਾਸ ਕਰਦਾ ਹੈ ਪੱਕੇ ਤੌਰ 'ਤੇ। ਉਹਨੂੰ ਵੱਡੇ ਭਾਗਾਂ ਵਾਲੇ ਬੁੱਝਦੇ ਹਨ। ਇਹਦੇ 'ਚ ਮਹਾਰਾਜ ਨੇ ਦੱਸਿਆ ਪਰਮੇਸ਼ਰ ਦਾ ਵਾਸਤਵ ਸਰੂਪ ਦੱਸਦੇ ਹਨ। ਕਿਉਂ ਅਕਸਰ ਲੋਕ ਪਰਮੇਸ਼ਰ ਨੂੰ ਮਨੁੱਖ ਵਾਂਗ ਦੱਸਦੇ ਹਨ। ਕਾਲਾ ਰੰਗ ਕਹਿੰਦੇ ਆ, ਸੰਖ ਚੱਕਰ ਗਦਾ ਪਦਮ ਆਦਿ ਪਦਾਰਥਾਂ ਦੀ ਧਾਰਨ ਵਾਲਾ ਕਹਿੰਦੇ ਆ। ਸੱਚੇ ਪਾਤਸ਼ਾਹ ਨੇ ਇਹਨੂੰ ਨਿਸ਼ੇਧ ਕਰਕੇ ਦੱਸਿਆ ਕਿ ਗਲਤ ਹੈ। ਉਹ ਪਰਮੇਸ਼ਰ ਜਨਮ ਤੋਂ ਰਹਿਤ ਹੈ। ਜਿਹੜਾ ਜਨਮ ਤੋਂ ਰਹਿਤ ਹੈ ਉਹ ਦੇਹ ਤੋਂ ਰਹਿਤ ਹੈ।
ਜਿਹੜਾ ਦੇਹ ਤੋਂ ਰਹਿਤ ਹੈ, ਸੰਖ ਚੱਕਰ ਆਦਿਕ ਦਾ ਧਾਰਕ ਨਹੀਂ ਹੋ ਸਕਦਾ। ਫਿਰ ਉਹਦਾ ਵਾਸਤਵ ਸਰੂਪ ਕੀ ਹੈ? ਮਹਾਰਾਜ ਕਹਿੰਦੇ ਅਸਲ ਸਰੂਪ ਹੈ। ਕਿਉਂਕਿ ਜੋ ਇਹ ਕਰਕੇ ਕਹਿ ਦਈਏ ਤਦ ਉਹ ਹੱਦ ਵਾਲਾ ਹੋ ਜਾਂਦਾ ਹੈ, ਉਹ ਬੇਹੱਦ ਹੈ। ਇਸ ਕਰਕੇ ਵੇਦ ਵੀ ਉਹਦਾ ਆਚਾਰਯ ਰੂਪ ਦਾ ਕਥਨ ਨਹੀਂ ਕਰਦੇ। ਹਾਂ, ਕੁਝ ਕਰਕੇ ਫਿਰ ਕਹਿੰਦੇ ਨੇਤੀ, ਇਹ ਨਹੀਂ, ਇਸ ਤੋਂ ਵੀ ਹੋਰ ਪਰੇ ਹੈ। ਔਰ ਅਵਤਾਰ ਆਦਿਕ ਜਿਹੜੇ ਉੱਚੇ ਤੋਂ ਵੱਡੇ ਮੰਨੇ ਜਾਂਦੇ ਹੈ। ਪਰਮੇਸ਼ਰ ਐਸੇ ਵੱਡਿਆਂ ਤੋਂ ਵੀ ਵੱਡਾ ਹੈ, ਉੱਚਾ ਹੈ। ਇੱਥੇ ਸ਼ੰਕਾ ਹੁੰਦੀ ਇਹ ਸਾਨੂੰ ਪ੍ਰਾਪਤ ਹੋਣਾ ਅਸੰਭਵ ਹੋਇਆ। ਮਹਾਰਾਜ ਕਹਿੰਦੇ ਨਹੀਂ, ਉਹ ਬਸਦਾ ਬਹੁਤ ਨੇੜੇ ਹੈ, ਅਥਵਾ ਸਾਧੂ ਪੁਰਸ਼ਾਂ ਦੇ ਹਿਰਦੇ ਵਿੱਚ ਦ੍ਰਿੜ ਨਿਵਾਸ ਕਰਦਾ ਹੈ। ਹਿਰਦਾ ਉਹਦਾ ਸਥਾਨ ਹੈ। ਭਾਈ ਨੰਦ ਲਾਲ ਜੀ ਨੇ ਵੀ ਕਿਹਾ ਦਿਲ ਪਰਮੇਸ਼ਰ ਦਾ ਘਰ ਹੈ, ਪਰ ਫਿਰ ਵੀ ਵੱਡੇ ਭਾਗਾਂ ਵਾਲੇ ਉਹਨੂੰ ਸਮਝਦੇ ਆ। ਕਿਉਂਕਿ ਠਾਗ ਔਰ ਝੂਠੇ ਭੇਖਾਤਾਰੀਆਂ ਦੇ ਭੁਲੇਖੇ ਲੋਕੀ ਕਈ ਮਹਾਂਪੁਰਖਾਂ ਦੀ ਸੰਗਤ ਛੱਡ ਜਾਂਦੇ ਆ। ਇਸ ਕਰਕੇ ਫਿਰ ਉਹ ਰੱਬ ਦੀ ਪ੍ਰਾਪਤੀ ਤੋਂ ਦੂਰ ਰਹਿ ਜਾਂਦੇ ਆ। ਕਰਤਾਰ ਕਿਰਪਾ ਕਰੇ, ਸਤਸੰਗਤ ਪ੍ਰਾਪਤ ਹੁੰਦੀ ਹੈ। ਭਲੇ ਸਾਧੂਆਂ ਦੇ ਮੇਲ ਕਰਕੇ ਸੰਗਤ ਪ੍ਰਾਪਤ ਹੁੰਦੀ ਹੈ। ਤੇ ਮਹਾਂਪੁਰਸ਼ਾਂ ਦੀ ਸੰਗਤ ਦਾ ਫਲ ਵੀ ਬੜਾ ਫਿਰ ਅਲੌਕਿਕ ਹੈ। ਕਿਉਂਕਿ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਜੀਵਾਂ ਨੂੰ ਤਾਰ ਦਿੰਦੀ ਹੈ। ਉਹਨਾਂ ਦਾ ਫਿਰ ਮਹਾਰਾਜ ਦੇ ਉੱਤੇ ਪੂਰਾ ਭਰੋਸਾ ਹੁੰਦਾ ਹੈ। ਜਿਹੜੇ ਭਰੋਸੇ ਵਾਲੇ ਪੁਰਸ਼ ਹੈ ਉਹ ਫਿਰ ਬਰਕਤ ਜਿਹੜੀ ਹੈ ਉਹ ਪ੍ਰਾਪਤ ਕਰ ਲੈਂਦੇ ਹਨ। ਸਰਦਾਰ ਸੰਤ ਭਾਈ ਕਰਮ ਸਿੰਘ ਦੇ ਸਪੁੱਤਰ ਚੌਧਰੀ ਸੰਤ ਸਿੰਘ ਰੋਸਤਮ ਨਗਰ ਵਿੱਚ ਰਹਿੰਦੇ ਸੀ। ਇਸ ਗੁਰਮੁਖ ਦਾ ਸੰਤ ਬਾਬਾ ਕਰਮ ਸਿੰਘ ਜੀ ਦੇ ਡੇਰੇ ਨਾਲ ਸੰਤਾਂ ਨਾਲ ਦਿਲੀ ਪਿਆਰ ਸੀ। ਉਹ ਆਪਦੇ ਗੁਰਮੰਤਰ ਦਾਤੇ ਸੀ। ਕੁਦਰਤ ਐਸੀ ਹੋਈ, ਉਹਨਾਂ ਦੀ ਇਸਤਰੀ ਨੂੰ ਸਖਤ ਰੋਗ ਲੱਗ ਗਿਆ, ਚੱਲ ਫਿਰਨ ਲੱਗ ਪਿਆ। ਬੜੀਆਂ ਦਵਾਈਆਂ, ਤਾਗੇ ਤਵੀਤ, ਯੰਤਰ ਟੂਣੇ, ਲੋਕਾਂ ਦੇ ਕਹੇ ਕਹਾਏ ਕੀਤੇ, ਪਰ ਬੀਬੀ ਦਾ ਰੋਗ ਨਾ ਹਟਿਆ। ਚੱਲ ਦੇ ਦੌਰੇ ਵਿੱਚ ਕਈ ਊਲ ਜੁਲੂਲ ਬਚਨ ਵੀ ਬੀਬੀ ਦੇ ਮੂੰਹੋਂ ਨਿਕਲ ਜਾਂਦੇ ਸੀ। ਸਰੀਰ ਨੂੰ ਕਾਫੀ ਖੇਦ ਵੱਧ ਗਿਆ, ਦੁੱਖ ਵੱਧ ਗਿਆ। ਭਾਈ ਕਰਮ ਸਿੰਘ ਜੀ ਹਾਰ ਉੱਠ ਕੇ ਆਪਣੀ ਪਤਨੀ ਨੂੰ ਹੋਤੀ ਮਰਦਾਨ ਵਾਲੇ ਸੰਤਾਂ ਦੇ ਚਰਨਾਂ 'ਚ ਲਿਆਏ। ਉਸ ਵੇਲੇ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਗੱਦੀ 'ਤੇ ਬਿਰਾਜਮਾਨ ਸੀ। ਸੰਤਾਂ ਦੇ ਚਰਨਾਂ 'ਚ ਆ ਕੇ ਭਾਈ ਕਰਮ ਸਿੰਘ ਨੇ ਆਪਣੀ ਪਤਨੀ ਦੇ ਕਸ਼ਟ ਦਾ ਸਾਰਾ ਹਾਲ ਸੁਣਾਇਆ। ਬੇਨਤੀ ਕੀਤੀ, ਮਹਾਰਾਜ ਆਪ ਆਪਣਾ ਚਰਨ ਇਹਦੇ ਸਿਰ ਨੂੰ ਛੁਆਓ, ਸਾਨੂੰ ਭਰੋਸਾ ਕਿ ਫਿਰ ਇਹਦਾ ਰੋਗ ਕੱਟਿਆ ਜਾਏਗਾ। ਸ਼ਰਧਾਲੂ ਦੀ ਭਾਵਨਾ ਪੂਰੀ ਕਰਦਿਆਂ ਜਦ ਸੰਤਾਂ ਨੇ ਆਪਣੇ ਚਰਨ ਛੋ ਬੀਬੀ ਦੇ ਮਸਤਕ ਨੂੰ ਬਖਸ਼ੀ ਤੇ 3 ਵਾਰ ਸੰਤ ਮਹਾਰਾਜ ਨੇ ਥਾਪੜਾ ਦਿੱਤਾ ਔਰ ਪਾਣੀ ਦਾ ਸ਼ਬਦ ਕਿਹਾ। ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਤਾਰੀ। 8 ਪੈਰਿਆ ਰਾਧਾ ਸੁਆਮੀ, ਪੂਰਨ ਕਾਲ ਹਮਾਰੀ। ਸੰਤਾਂ ਭਾਈ ਕਰਮ ਨੂੰ ਆਗਿਆ ਕੀਤੀ ਕਿ ਇੱਕ ਬਾਟੇ ਵਿੱਚ ਜਲ ਲੈ ਕੇ ਹਰ ਰੋਜ਼ ਇਸ ਸ਼ਬਦ ਦਾ 21 ਵਾਰੀ ਪਾਠ ਕਰਕੇ, ਕਿਰਪਾਨ ਭੇਟ ਕਰਕੇ, ਗੁਰਬਾਣੀ ਜਾਪ ਦੁਆਰਾ ਇਹ ਅੰਮ੍ਰਿਤ ਰੂਪੀ ਜਲ ਬੀਬੀ ਨੂੰ ਛਕਾ ਦਿਆ ਕਰੋ। ਕੋਈ ਦੁੱਖ ਕਲੇਸ਼ ਭੂਤ ਪ੍ਰੇਤ ਨੇੜੇ ਨਹੀਂ ਰਹੇਗਾ। ਸੰਤ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕੀਤੀ। ਜਿਹੜਾ ਕਈ ਸਾਲਾਂ ਦਾ ਚੱਲਦਾ ਕਸ਼ਟ ਸੀ ਉਹ ਡਗਦਾ ਗਿਆ, ਪਤਾ ਨਾ ਲੱਗਾ ਕਿੱਧਰ ਗਿਆ। ਕੁਝ ਦਿਨਾਂ 'ਚ ਬੀਬੀ ਸਾਵਧਾਨ ਤਿਆਰ ਹੋ ਗਈ।
इस वास्ते संतां दी संगत ऐसी है। फिर इन्हां दा हिरदा होर पक्का हो गया। संतां दे चरणों च बेनती की, महाराज नाम दी दात बख्शो। संतां ने हुण कीता, मास शराब दा त्याग कर दो, 6 महीने नूं फेर आउणा। ये सज्जन फिर 6 वार संतां पास 6 महीने पिछों आए। हर वारी यही हुक्म कर देना, अजे भांडा होर मंजो, हिरदा गुरबाणी पाठ न पवित्र करो, फिर आना। फिर संतां ने आख्या हुण इहदा हिरदा शुद्ध है। अंत नूं फिर मेहर दे घर च आए। फिर नाम सिमर दी दात बख्शी ते सारा ही परिवार फिर अत्यंत शरधावान हो गया। इस वास्ते ऐसे जड़े महापुरख है उन्होंने कृपा कर देन ते सारे संकट जड़े वो कटे जाते। एक पठान की इस्त्री से कृपा की, उन संतां दी जिहड़ी शोभा सी हिंदू सिखां मुसलमानों सारे फैली हुई सी कि अल्लाह की बंदगी वाले पूर्ण फकीर है। मुसलमान भी दर्शन ले आउंदे सी। जिन्हां एक पठान की इस्त्री सी, कई साल लंघ गए, उस माता पास अपने पुत्र की कोई चिट्ठी चिट्ठी ना आई, ना कोई सुनेहा पहुंचा। माता बड़ी दुखी रहिंदी सी। वो बीबी मुसलमान पठाने संत बाबा आया सिंह चरणों च पहुंची। संतां दे दर्शन करके निमरता नाल मन दी पीड़ा सुनाई। महाराज रेख मारो, फजल करो, बच्चे का दर्शन कराओ। मैं पुत्र दे फराग विछोड़े च अदम होई हुई हाँ। संतां ने कहा, बीबी तेरी भावना जिहड़ी है खुदावंद करीम पूरी करेगा, जा अल्लाह अल्लाह जप्या कर। फिर संत महाराज ने समाधि के सूक्ष्म रूप अंदर चीन बिचों बचा गया ही कारोबार लिए कोई खबरसार नहीं सी आई। उस पठान के बच्चे नूं सूक्ष्म रूप धार के उत्थे दर्शन दिते, प्रेरणा की अपने देश पहुंच। तेरी माता बड़ी बरलाप करती है, तू जो मिलेगा वो हिरदे नूं ठंड होएगी। वो कहने लगा, मेरे को टिकट जोगी माया ने। वो भी महापुरख ने प्रेर के प्रेमी नूं जहाज का टिकट लै दिता। वो हवाई जहाज बैठ के बंबई पहुंचा। पठान की माता ने संतां ने, तेरा पुत्र 5 दिनों च आ जाएगा। बंबई तो रेलगाड़ी फड़ के 5 दिनों माता को आ गया। अपने पुत्र नूं देख के माता नूं तां ईद दा चन्नी जिवें चढ़ जांदा, बहुत खुश हो गई। संत जी धन हो। बच्चे नाल लैके संत बाबा आया सिंह महाराज नमस्कार करना आई। वो पठाना के बच्चे जो संत महाराज दर्शन किए, आराम नाल कहने लगा, अम्मा जी यह फकीर संत है जिन्हें मैनू चीन विच दर्शन दिते, फिर बंबई मिले, मैनू इत्थे आउण वास्ते टिकट भी दी। इन्हां दी प्रेरणा सहायता नाल मैं तुहाडे कोल पहुंचा हाँ। इस वास्ते महापुरखों की मेहर ऐसी हुंदी है। फिर प्रोफैसर अवतार सिंह दा रोग सी, रावलपिंडी 9 महीनों तो ही बीमार सके। खादा पीता हजम नहीं सी हुंदा। 9 महीने प्रशादा नहीं छकिया। बड़े इलाज कराए, कुदरत ऐसी कोई दवाई का असर न होया। संतां दी महिमा सुन के फिर मोती मरदान आया। उस वेले बाबा राम सिंह जी गद्दी ते सन। बेनती की, महाराज मेहर करो,
ਰੋਗ ਹੋ ਜਾ, ਅੰਨ ਕੋਈ ਨਹੀਂ ਪਚਦਾ, ਸਰੀਰ ਬੜਾ ਕਮਜ਼ੋਰ ਹੋ ਗਿਆ ਹੈ। ਸੰਤਾਂ ਨੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਵਾਹਿਗੁਰੂ ਵਾਹਿਗੁਰੂ ਕਹਿੰਦਾ ਲੰਗਰ 'ਚ ਜਾ ਕੇ ਮੱਕੀ ਦੀ ਰੋਟੀ ਲੈ ਆ। ਉਹ ਰੋਟੀ ਲੈ ਆਇਆ। ਉਹ ਰੋਟੀ ਛਕਣ ਵਾਸਤੇ ਸੰਤਾਂ ਨੇ ਪ੍ਰੋਫੈਸਰ ਨੂੰ ਦਿੱਤੀ। ਨਾਲ ਬਚਨ ਕੀਤਾ, ਸੰਸਾ ਨਹੀਂ ਕਰਨਾ, ਨਿਰਸੰਸੇ ਹੋ ਕੇ ਛਕ ਲੈ, ਰੋਗ ਨਸ਼ਟ ਹੋ ਜਾਏਗਾ, ਉਹਨਾਂ ਨੂੰ ਪਾਣੀ ਪਚਿਆ ਕਰੇਗਾ। ਪ੍ਰੋਫੈਸਰ ਨੇ ਬੜੇ ਸਿਦਕ ਨਾਲ ਗੁਰੂ ਦੇ ਲੰਗਰ ਦੀ ਉਹ ਮਕਈ ਦੀ ਰੋਟੀ ਛਕ ਲਈ। ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਦਾ ਸਰੀਰਕ ਰੋਗ ਦੂਰ ਹੋ ਗਿਆ। ਉਦੋਂ ਫਿਰ ਇਹ ਸੱਜਣ ਜਿਹੜੇ ਸੀ ਇਹ ਸੰਤਾਂ ਦੇ ਪ੍ਰੇਮੀ ਬਣ ਗਏ। ਫਿਰ 6-7 ਸਾਲ ਬੀਤੇ, ਇਹਨਾਂ ਦੇ ਘਰ ਕੋਈ ਚੰਗੀ ਨਹੀਂ ਸੀ। ਚਰਨਾਂ 'ਚ ਬੇਨਤੀ ਕੀਤੀ, ਸੰਤਾਂ ਨੇ ਇੱਕ ਸ਼ਬਦ ਦਾ ਪਾਠ ਕਰਕੇ ਫਿਰ ਅਸੀਸ ਦਿੱਤੀ। ਅਕਾਲ ਪੁਰਖ ਦੀ ਮਿਹਰ ਨਾਲ ਉਹਨਾਂ ਦੇ ਘਰ ਫਿਰ ਪਚੰਗੀ ਵੀ ਹੋ ਗਿਆ। ਇਸ ਵਾਸਤੇ ਇਹ ਮਹਾਂਪੁਰਖਾਂ ਦੀ ਕਿਰਪਾ ਐਸੀ ਹੈ। ਫਿਰ ਇਹ ਸੱਜਣ ਇਹ ਸੰਤ ਬਾਬਾ ਮਾਝਾ ਸਿੰਘ ਕੋ ਆਏ ਕਿ ਵੱਡੇ ਸੰਤਾਂ ਦੇ ਵਰਨਾਂ ਪਚੰਗੀ ਪ੍ਰਾਪਤ ਹੋਇਆ। ਹੁਣ 10 ਸਾਲ ਹੋ ਗਏ, ਹੋਰ ਪਚੰਗੀ ਨਹੀਂ ਹੋਇਆ। ਇਹ ਸੰਤ ਕਹਿਣ ਲੱਗੇ ਕਿ ਤੈਨੂੰ 3 ਪਚੰਗੀ ਅਕਾਲ ਪੁਰਖ ਨੇ ਬਖਸ਼ੇ ਹਨ। ਫਿਰ ਥੋੜ੍ਹੇ ਦਿਨ ਦਰਸ਼ਨ ਲਈ ਆਏ ਅਤੇ ਉਹ ਵੀ ਪਾਵਨ ਪੂਰੀ ਕੀਤੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜਾ ਵੀ ਆਸ ਮੁਰਾਦ ਰੱਖ ਕੇ ਆਉਂਦਾ ਹੈ, ਮਹਾਰਾਜ ਉਹਨਾਂ ਦੀਆਂ ਪਾਵਨ ਪੂਰੀਆਂ ਕਰਦੇ ਹਨ। ਅਤੇ ਕਿਉਂਕਿ ਸ਼ਰਧਾ ਭਗਤੀ ਦੇ ਜਿਹੜੇ ਬੇੜੇ ਆ ਉਹ ਸੰਗਤ ਜੀ ਪਾਰ ਹੁੰਦੇ। ਭਗਤੀ ਤੇ ਐਸੀ ਚੀਜ਼ ਹੈ ਕਿ ਪਰਮਾਤਮਾ ਨੂੰ ਖਿੱਚ ਲੈਂਦੀ ਹੈ ਅਤੇ ਬਾਕੀ ਚੀਜ਼ਾਂ ਤਾਂ ਮਿਲ ਹੀ ਜਾਂਦੀਆਂ। ਇਸ ਵਾਸਤੇ ਪਰਮਾਤਮਾ ਦੀ ਬੰਦਗੀ ਕਰਨੀ ਇਹ ਬਹੁਤ ਵੱਡੀ ਚੀਜ਼ ਹੈ। ਕਿਉਂਕਿ ਜਿਹੜਾ ਉਹਨਾਂ ਦੀ ਸੰਗਤ ਕਰਦਾ ਹੈ ਕਿ ਉਹ ਵੀ ਚੰਦਨ ਹੋਏ ਰਹੇ, ਬਸ ਹੈ ਜੋ ਚੰਦਨ ਪਾਸ। ਕਬੀਰ ਚੰਦਨ ਕਾ ਬਿਰਵਾ ਫਲਾ, ਬੇੜਿयों टाप फलास। कोई भी चंदन होए रहे, बस है जो चंदन पास। इस तरह ਜਿਹੜੇ ਵੀ ਸੰਗਤ ਦੀ ਸੇਵਾ ਕਰਦੇ ਆ, ਲੰਗਰ ਦੀ ਸੇਵਾ, ਭਾਂਡੇ ਮਾਂਜਣੇ, ਭੁੱਖਾ ਕਰਨਾ, ਰਸਨਾ ਨਾਲ ਨਾਮ ਜਪਣਾ, ਪਵਿੱਤਰ ਕਮਾਈ ਕਰਨੀ ਅਤੇ ਨਿਰਮਲ ਨਿਸ਼ਕਾਮ ਹੋ ਕੇ ਸੇਵਾ ਕਰਨੀ। ਫਿਰ ਉੱਚੀ ਸੁੱਚੀ ਮਜੀਠੀ ਰੰਗਣ 'ਚ ਰੰਗਿਆ ਜਾਂਦਾ। ਜਿਹੜੇ ਘੜੇ 'ਚ ਰੋਜ਼ ਅੰਮ੍ਰਿਤ ਦੀਆਂ ਬੂੰਦਾਂ ਭਰੀਆਂ ਰਹਿਣ, ਫਿਰ ਗੁਲਾਬ ਚੰਬੇਲੀ ਦੀ ਖੁਸ਼ਬੂ ਵਾਲਾ ਫੁੱਲ ਪਾ ਦੇਈਏ, ਉਹ ਸੁਗੰਧੀ ਛੱਡ ਜਾਂਦਾ। ਇਸ ਤਰ੍ਹਾਂ ਜਿਹੜੇ ਵੀ ਮਹਾਂਪੁਰਖਾਂ ਦੀ ਸੰਗਤ ਕਰਦੇ ਹੈ, ਉਹਨਾਂ ਦੇ ਅੰਦਰ ਇਹ ਐਸੀਆਂ ਬਖਸ਼ਾਂ ਜਿਹੜੀਆਂ ਪ੍ਰਾਪਤ ਹੋ ਜਾਂਦੀਆਂ ਹਨ। ਕਿਉਂਕਿ ਮਹਾਂਪੁਰਖਾਂ ਦਾ ਜੀਵਨ ਹੀ ਐਸਾ ਹੁੰਦਾ ਹੈ। ਸੋ ਇਸ ਕਰਕੇ ਸੇਵਾ, ਸਿਮਰਨ, ਸਤਸੰਗ, ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਸੁੱਖ ਦੇਣ ਵਾਲੀਆਂ ਹਨ। ਇਸ ਵਾਸਤੇ ਮਹਾਂਪੁਰਖਾਂ ਦੀ ਸੰਗਤ ਜਿਹੜੀ ਹੈ ਉਹ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ।
ਸੋ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਕਿ ਇਹ ਸਾਰੀਆਂ ਬਖਸ਼ਾਂ ਕੀਤੀਆਂ ਹਨ। ਸੋ ਮਹਾਰਾਜ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਆਪਣੇ ਚਰਨਾਂ ਦਾ ਜਿਹੜਾ ਪਿਆਰ ਹੈ ਉਹ ਬਖਸ਼ਿਸ਼ ਕਰਨ, ਕਿਉਂਕਿ ਮਹਾਂਪੁਰਖਾਂ ਦਾ ਜੀਵਨ ਹੀ ਐਸਾ ਹੈ। ਤੇ ਜਿਵੇਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਜੀ ਨੇ ਲਛਮਣ ਜੀ ਨੂੰ ਉਪਦੇਸ਼ ਦਿੱਤਾ ਤੇ ਭੀਲਣੀ ਦੇ ਉੱਤੇ ਕਿਰਪਾ ਕੀਤੀ, ਔਰ ਬਾਬਾ ਹਰਮਨ ਸਿੰਘ ਸਾਹਿਬ, ਬਾਬਾ ਆਇਆ ਸਿੰਘ ਜੀ ਇਸ ਤਰ੍ਹਾਂ ਬੇਅੰਤ ਪ੍ਰੇਮੀਆਂ ਤੇ ਉਹ ਕਿਰਪਾ ਕਰਦੇ ਰਹੇ ਹਨ। ਅੱਜ ਵੀ ਜਿਹੜੇ ਵਿਸ਼ਵਾਸ ਨਾਲ ਗੁਰੂ ਘਰ ਦੀ ਸੇਵਾ ਕਰਦੇ ਆ, ਮਹਾਰਾਜ ਉਹਨਾਂ ਨੂੰ ਬਰਕਤਾਂ ਬਖਸ਼ਦੇ ਆ। ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।